Describe a person who likes to grow plants. As you all are aware, this is the recently asked question. This is most oftenly asked question, I might say, these days. So if you are giving your exam in the month of November and even in you are planning to give in December, so guys, ਇਹ ਵਾਲਾ ਇਹ ਜਿਹਾ topic ਹੈ ਜਿਹੜਾ ਤੁਸੀਂ prepare ਕਰਕੇ ਜਾਓਗੇ. Hello everyone, this is Parneet. I hope you all are doing good. So guys, it is one of those topics कि एकदम सानू किसी ने पूछ लिया and ਅਸੀਂ nervous हो गए कि ਹੁਣ मैं ਕੀ ਬੋਲੂੰਗਾ, ਇਹ ਜਿਹਾ ਕਿਹੜਾ person ਹੈ ਮੈਨੂੰ ਤਾਂ ਨਹੀਂ ਪਤਾ ਜਿਹੜਾ plants grow ਕਰਦਾ and ਉਹਦੇ ਨਾਲ ਮੈਨੂੰ ਇਹ ਵੀ confusion ਹੈ ਕਿ ਮੈਨੂੰ ਤਾਂ plants ਦੇ ਨਾਮ ਹੀ ਨਹੀਂ ਪਤਾ. Don't worry guys, pull yourself together because ਸਭ ਤੋਂ ਪਹਿਲਾਂ bullet points ਦੇ ਉੱਪਰ ਧਿਆਨ ਦਿਆ ਕਰੋ ਜਦੋਂ ਵੀ ਕੋਈ ਤੁਹਾਨੂੰ ਇਹ ਜਿਹਾ topic ਆ ਜਾਏ ਕਿ ਹੁਣ ਇਹ ਮੇਰੇ ਤੋਂ ਤਾਂ ਬਾਹਰ ਹੀ ਹੈ, ਮੇਰੇ ਤੋਂ ਨਹੀਂ ਹੋ ਰਿਹਾ, ਹਮੇਸ਼ਾ bullet points ਤੇ ਧਿਆਨ ਦਿਓ and ਉਹਨਾਂ ਨੂੰ ਕੰਸੀਡਰ ਕਰੋ ਬਿਕਾਜ਼ ਬੁਲੇਟ ਪੁਆਇੰਟਸ ਆਪਾਂ ਕਹਿ ਸਕਦੇ ਹਾਂ ਇੱਕ ਇਦਾਂ ਦਾ ਹੈਲਪਫੁਲ ਚੀਜ਼ ਹੈ ਤੁਹਾਡੇ ਲਈ ਕਿਊ ਕਾਰਡ ਦੇ ਵਿੱਚ ਜਿਨ੍ਹਾਂ ਨੂੰ ਪੜ੍ਹ ਕੇ ਤੁਹਾਡੀ 50% ਪ੍ਰੋਬਲਮ ਸੋਲਵ ਹੋ ਜਾਂਦੀ ਹੈ. ਹੋ ਸਕਦਾ ਤੁਸੀਂ ਇਸ ਦੇ ਵਿੱਚ ਪਲਾਂਟਸ ਦੇ ਨਾਮ ਹੀ ਸੋਚੀ ਜਾ ਰਹੇ ਹੋ ਬਟ ਉਹਦੇ ਵਿੱਚ ਪਲਾਂਟਸ ਦੇ ਬਾਰੇ ਬਹੁਤ ਥੋੜਾ ਡਿਸਕਸ ਕਰਨਾ ਹੋਵੇ ਹੈ ਨਾ. ਲਾਈਕ ਦਿਸ ਟੌਪਿਕ ਦੇਖੋ, ਡਿਸਕ੍ਰਾਈਬ ਅ ਪਰਸਨ ਹੂ ਲਾਈਕਸ ਟੂ ਗਰੋ ਪਲਾਂਟਸ ਹੈ ਨਾ. ਇੱਕ ਇਦਾਂ ਦਾ ਪਰਸਨ, ਕੋਈ ਵੀ ਪਰਸਨ ਮੇਲ ਔਰ ਫੀਮੇਲ ਜਿਹਨੂੰ ਪਲਾਂਟਸ ਨੂੰ ਗਰੋ ਕਰਨਾ ਪਸੰਦ ਹੈ. ਨਾ ਵਟ ਆਰ ਦ ਬੁਲੇਟ ਪੁਆਇੰਟਸ ਹੂ ਦ ਪਰਸਨ ਇਜ਼. ਪਹਿਲਾਂ ਤਾਂ ਅਸੀਂ ਕਿਸੇ ਪਰਸਨ ਨੂੰ ਹੀ ਦੱਸਣਾ ਐਂਡ ਆਈ ਵਿਲ ਰਿਕਮੈਂਡ ਇੱਥੇ ਉਹ ਪਰਸਨ ਦੀ ਗੱਲ ਕਰੋ ਜਿਹੜਾ ਤੁਹਾਡੇ ਨੋਨ ਹੈ ਨਾ. ਤੁਸੀਂ ਆਪਣੇ ਫਾਦਰ ਦੀ ਗੱਲ ਕਰ ਸਕਦੇ ਹੋ, ਮਦਰ ਦੀ ਗੱਲ ਕਰ ਸਕਦੇ ਹੋ, ਬ੍ਰਦਰ ਦੀ ਗੱਲ ਕਰ ਸਕਦੇ ਹੋ, ਕਿਸੇ ਕਜ਼ਨ ਦੀ ਗੱਲ ਕਰ ਸਕਦੇ ਹੋ, ਇਨਫੈਕਟ ਤੁਸੀਂ ਆਪਣੇ ਕਿਸੇ ਟੀਚਰ ਦੀ ਵੀ ਗੱਲ ਕਰ ਸਕਦੇ ਹੋ. ਫਾਈਨ, ਓਕੇ. ਸੈਕਿੰਡ, ਹਾਊ ਡੂ ਯੂ ਨੋ ਦ ਪਰਸਨ. ਹੁਣ ਤੁਸੀਂ ਉਹ ਪਰਸਨ ਨੂੰ ਕਿਸ ਤਰ੍ਹਾਂ ਜਾਣਦੇ ਹੋ? ਦੇਖੋ, ਅਗਰ ਤਾਂ ਤੁਹਾਡਾ ਫੈਮਿਲੀ ਮੈਂਬਰ ਹੈ ਸਿੰਸ ਚਾਈਲਡਹੁੱਡ ਤੁਸੀਂ ਜਾਣਦੇ ਹੋ. ਅਗਰ ਤੁਹਾਡਾ ਬ੍ਰਦਰ ਸਿਸਟਰ ਹੈ ਜਾਂ ਕਜ਼ਨ ਵੀ ਹੈ ਸੋ ਤੁਸੀਂ ਕਹਿ ਸਕਦੇ ਹੋ ਵੀ ਬੋਥ ਵਰ ਬੋਰਨ ਐਂਡ ਬ੍ਰੌਟ ਅਪ ਐਟ ਦ ਸੇਮ ਪਲੇਸ ਹੈ ਨਾ, ਤਾਂ ਤੁਸੀਂ ਉਹ ਪਰਸਨ ਨੂੰ ਜਾਣਦੇ ਹੋ, ਤਾਂ ਤੁਹਾਡਾ ਨੋਨ ਹੈ. ਜੇ ਕੋਈ ਟੀਚਰ ਔਰ ਆਈ ਕੁਡ ਸੇ ਉਹ ਮੇਰੇ ਸਕੂਲ ਟੀਚਰ ਸੀ ਸੋ ਮੈਂ ਸਿੰਸ ਉਹਨਾਂ ਨੂੰ ਚਾਈਲਡਹੁੱਡ ਜਾਣਦਾ, ਮੇਰੇ ਪ੍ਰਾਇਮਰੀ ਸਕੂਲ ਟੀਚਰ ਸੀ. ਠੀਕ ਹੈ, 2 points ਦੇਖੋ. ਫਸਟ 2 points very easy ਬਟ ਥੋੜਾ ਜਿਹਾ ਕੌਨਸ਼ੀਅਸਲੀ ਸਾਨੂੰ ਆਨਸਰ ਕਰਨਾ ਹੁੰਦਾ ਹੈ. what type of plant does he she grow. now ਇੱਥੇ ਆਇਆ ਕਿਹੜੀ ਟਾਈਪ ਦੇ ਪਲਾਂਟਸ ਉਹ ਗਰੋ ਕਰਦੇ ਨੇ ਹੈ ਨਾ. what type of plants. now there is no need ਕਿ ਤੁਸੀਂ ਬਹੁਤ ਹਾਈ ਫਾਈ ਪਲਾਂਟਸ ਦੇ ਨਾਮ ਲਓ ਹੈ ਨਾ. ਅਗਰ ਤੁਹਾਨੂੰ ਨੌਲੇਜ ਵੀ ਨਹੀਂ ਹੈ ਤਾਂ ਸਾਨੂੰ ਇੰਨਾ ਤਾਂ ਪਤਾ ਹੈ ਨਾ ਕਿ ਵੈਜੀਟੇਬਲਸ ਅਸੀਂ ਗਰੋ ਕਰਦੇ ਹਾਂ, ਅਸੀਂ ਫਰੂਟਸ ਗਰੋ ਕਰਦੇ ਹਾਂ ਹੈ ਨਾ. ਫਰੂਟਸ ਦੇ ਤਾਂ ਸਾਨੂੰ ਕਿੰਨੇ ਨਾਮ ਆਉਂਦੇ ਨੇ, ਮੈਂਗੋ, ਗੋਵਾ, ਪੋਮਗ੍ਰੇਨੇਟ, ਜਿਹੜੇ ਮਤਲਬ ਕਾਮਨ ਆਪਣੇ ਹੁੰਦੇ ਆ ਹੈ ਨਾ. ਲੈਮਨ ਤੁਸੀਂ ਕਹਿ ਸਕਦੇ ਹੋ, ਇਸ ਤਰ੍ਹਾਂ ਦੇ ਜਿਹੜੇ ਆਪਣੇ ਕੰਟਰੀ ਦੇ ਵਿੱਚ ਹੁੰਦੇ ਆ. ਸੋ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਟ੍ਰਾਬੇਰੀ, ਕੀਵੀ, ਜਿਹੜੇ ਇੰਟਰਨੈਸ਼ਨਲ ਪਲਾਂਟਸ ਨੇ ਉਹਨਾਂ ਦੇ ਨਾਮ ਲੈਣ ਲੱਗ ਜਾਓ. ਤਾਂ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਨੇ ਜਿਹਨਾਂ ਦਾ ਤੁਹਾਨੂੰ ਧਿਆਨ ਦੇਣਾ ਪਏਗਾ. ਜਾਂ ਫਿਰ ਵੈਜੀਟੇਬਲਸ ਵੀ ਤੁਸੀਂ ਸੀਜ਼ਨਲ ਵੈਜੀਟੇਬਲਸ ਦੀ ਗੱਲ ਕਰ ਸਕਦੇ ਹੋ ਹੈ ਨਾ. ਗਰਮੀ ਹੈ, ਗਰਮੀ ਵਾਲਿਆਂ ਦੀ ਗੱਲ ਕਰ ਲਓ. ਹੁਣ ਵਿੰਟਰਸ ਨੇ, ਵਿੰਟਰ ਵਾਲਿਆਂ ਦੀ ਤੁਸੀਂ ਗੱਲ ਕਰ ਸਕਦੇ ਹੋ. ਸੋ ਇੱਥੇ ਟਾਈਪ ਆ ਜਾਏਗੀ. ਇਸ ਤੋਂ ਬਿਨਾਂ ਦੂਸਰੇ ਵੀ ਪਲਾਂਟਸ ਹੁੰਦੇ ਨੇ ਲਾਈਕ ਨੀਮ ਹੋ ਗਿਆ, ਯੂਕੈਲਿਪਟਸ ਹੋ ਗਿਆ, ਇਸ ਤਰ੍ਹਾਂ ਦੀ ਵੀ ਤੁਸੀਂ ਗੱਲ ਕਰ ਸਕਦੇ ਹੋ. ਟਰੀਜ਼ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ. ਫਾਈਨ. ਲਾਸਟ ਇਜ਼ why does he she grows plants. ਉਹ ਜਿਹੜਾ ਪਰਸਨ ਹੈ ਉਹ ਪਲਾਂਟਸ ਨੂੰ ਕਿਉਂ ਗਰੋ ਕਰਦਾ ਹੈ. ਹੁਣ ਇਹਦੇ ਵਿੱਚ ਰੀਜ਼ਨਸ ਹੋਣਗੇ ਐਂਡ ਤੁਸੀਂ ਇਹਦੇ ਵਿੱਚ 2-3 ਰੀਜ਼ਨਸ ਦੇ ਸਕਦੇ ਹੋ ਤਾਂ ਕਿ ਤੁਹਾਡੀ ਲੈਂਥ ਇਨਕਰੀਜ਼ ਹੋ ਜਾਏ. ਫਾਈਨ. ਨੰਬਰ 1 ਰੀਜ਼ਨ ਕੀ ਹੋ ਸਕਦਾ ਹੈ? ਇੱਕ ਤਾਂ ਇਹ ਹੋ ਸਕਦਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇੰਟਰਸਟ ਹੈ ਨਾ, ਉਹਨਾਂ ਦੀ ਹੌਬੀ ਹੈ ਇਹ ਸਿੰਸ ਚਾਈਲਡਹੁੱਡ ਕਿ ਮੈਂ ਉਹਨਾਂ ਨੂੰ ਦੇਖਦਾ ਹਾਂ ਤੇ ਇਹ ਪਰਟੀਕੂਲਰ ਚੀਜ਼ ਉਹਨਾਂ ਦੀ ਹੌਬੀ ਬਣ ਚੁੱਕੀ ਹੈ ਨਾ. ਸੈਕਿੰਡ ਇਜ਼ ਉਹਨਾਂ ਨੂੰ ਇਹ ਐਂਟਰਟੇਨਿੰਗ ਲੱਗਦਾ ਹੈ. ਠੀਕ ਹੈ, ਐਂਟਰਟੇਨਿੰਗ ਲੱਗਦਾ ਹੈ. ਜਾਂ ਫਿਰ ਉਹਨਾਂ ਦੇ ਲਈ ਇਹ ਇੱਕ ਸੋਰਸ ਹੈ ਐਜ਼ ਅ ਸਟ੍ਰੈਸ ਬਸਟਰ ਦਾ ਹੈ ਨਾ. ਜਾਂ ਫਿਰ ਉਹ ਗਰੋ ਕਰਦੇ ਨੇ ਕਿ ਉਹ ਲੋਕਾਂ ਨੂੰ ਵੀ ਇਹਦੇ ਨਾਲ ਨਾਲ ਕੀ ਕਰ ਸਕਣ, ਨੌਲੇਜ ਪ੍ਰੋਵਾਈਡ ਕਰ ਸਕਣ. ਠੀਕ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਨੇ. ਲਾਸਟ ਕੀ ਹੋ ਸਕਦਾ ਹੈ ਕਿ ਉਹ ਇਹਨਾਂ ਨੂੰ ਗਰੋ ਕਰਦੇ ਨੇ ਐਜ਼ ਅ ਸੋਰਸ ਆਫ ਆਕਿਊਪੇਸ਼ਨ ਵੀ. ਸਪੋਜ਼ ਤੁਸੀਂ ਆਪਣੇ ਫਾਦਰ ਦੀ ਗੱਲ ਕਰ ਰਹੇ ਹੋ, ਤੁਹਾਡੇ ਫਾਦਰ ਫਾਰਮਰ ਨੇ, ਤਾਂ ਫਿਰ ਉਹ ਪਲਾਂਟਸ ਕਿਉਂ ਗਰੋ ਕਰਦੇ ਨੇ? ਉਹਨਾਂ ਦਾ ਆਕਿਊਪੇਸ਼ਨ ਹੈ ਨਾ, ਤਾਂ ਉਹਨਾਂ ਨੂੰ ਗਰੋ ਕਰਨੇ ਹੀ ਪੈਣਗੇ. ਸੋ ਇੱਥੇ ਤੁਸੀਂ ਆਕਿਊਪੇਸ਼ਨ ਬਾਰੇ ਵੀ ਲਿਖ ਸਕਦੇ ਹੋ. ਸੋ ਹੁਣ ਮੈਨੂੰ ਨਹੀਂ ਲੱਗਦਾ ਇਹ ਟੌਪਿਕ ਬਾਰੇ ਬੋਲਣ ਤੇ ਤੁਹਾਨੂੰ ਥੋੜਾ ਜਿਹਾ ਵੀ ਸੋਚਣਾ ਪਏਗਾ ਜਾਂ ਹੁਣ ਵੀ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਹੋਏਗਾ ਕਿ ਅਸੀਂ ਇਹ ਬਹੁਤ ਡਿਫਿਕਲਟ ਟੌਪਿਕ ਹੈ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਪਰਫਾਰਮ ਕਰੀਏ. ਇੱਥੇ ਤੱਕ ਆਈ ਥਿੰਕ ਤੁਹਾਡੀ 50 to 60% ਪ੍ਰੋਬਲਮ ਸੋਲਵ ਹੋ ਚੁੱਕੀ ਹੈ. ਹੁਣ ਆਪਾਂ ਦੇਖਦੇ ਹਾਂ ਕਿ ਇਸ ਨੂੰ ਅਸੀਂ ਇੱਕ ਬੈਟਰ ਵੇ ਦੇ ਵਿੱਚ, ਐਫੀਸ਼ੀਐਂਟ ਐਂਡ ਇਫੈਕਟਿਵ ਵੇ ਦੇ ਵਿੱਚ ਕਿਸ ਤਰ੍ਹਾਂ ਪਰਫਾਰਮ ਕਰੀਏ, ਕਿਸ ਤਰ੍ਹਾਂ ਐਕਸਪਲੇਨ ਕਰੀਏ ਐਂਡ ਪ੍ਰੀਪੇਅਰ ਕਰੀਏ. ਨਾਓ ਨੰਬਰ 1 ਇਜ਼ ਦ ਇੰਟਰੋਡਕਸ਼ਨ. ਗਾਈਜ਼ ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ. ਜੋ ਬਿਗਨਰਸ ਨੇ ਮੈਂ ਉਹਨਾਂ ਲਈ ਥੋੜਾ ਦੱਸ ਦਿੰਦੀ ਹਾਂ. ਫਸਟ ਵੀ ਮੇਕ ਇੰਟਰੋਡਕਸ਼ਨ ਬਣਾਉਣੇ ਅਸੀਂ ਹੈ ਨਾ. ਉਸ ਤੋਂ ਬਾਅਦ ਅਸੀਂ BPs ਬਣਾਉਣੇ ਆ, ਮੀਨਸ ਸਟੋਰੀ ਜਿਹਦੇ ਵਿੱਚ ਅਸੀਂ ਫਾਰਮ ਕਰਦੇ ਹਾਂ, ਕਹਾਣੀ ਜਿਹਦੀ ਸਾਡੀ
ਸਾਡੀ ਡਿਪੈਂਡ ਕਰਦੀ ਹੈ, ਘੁੰਮਦੀ ਹੈ, ਸਾਰੇ ਬੁਲੇਟ ਪੁਆਇੰਟਸ ਆ ਜਾਂਦੇ ਆ ਇਹਦੇ ਵਿੱਚ। ਲਾਸਟ ਤੇ ਅਸੀਂ ਕਨਕਲੂਜਨ ਦੇ ਦਿੰਦੇ ਹਾਂ, ਮੀਨਸ ਅਸੀਂ ਆਪਣੇ ਕਿਊ ਕਾਰਡ ਨੂੰ ਵੀ ਕਨਕਲੂਡ ਕਰਨਾ ਹੁੰਦਾ, ਐਂਡ ਅਪ ਕਰਨਾ ਹੁੰਦਾ। ਫਾਈਨ। ਨਾਓ ਮੋਸਟ ਇੰਪੋਰਟੈਂਟ ਥਿੰਗ ਹੈ ਨਾ, ਫਰਸਟਲੀ ਅਸੀਂ ਕੀ ਕਰਦੇ ਹਾਂ, ਵੀ ਹੈਵ ਟੂ ਮੇਕ ਐਨ ਇਫੈਕਟਿਵ ਇੰਟਰੋਡਕਸ਼ਨ। ਜਦੋਂ ਵੀ ਤੁਹਾਡੇ ਕੋਲ ਕੋਈ ਵੀ ਕਿਊ ਕਾਰਡ ਦੀ ਸਟੇਟਮੈਂਟ ਆਈ, ਆਲਵੇਸ ਰੀਡ ਦ ਸਟੇਟਮੈਂਟ ਟਵਾਈਸ। ਉਹਦੇ ਨਾਲ ਤੁਹਾਨੂੰ ਕਲੀਅਰ ਹੋਏਗਾ, ਕੀਵਰਡ ਕਲੀਅਰ ਹੋਏਗਾ ਕਿ ਟੌਪਿਕ ਕਿਸ ਚੀਜ਼ ਦੇ ਉੱਪਰ ਹੈ ਐਂਡ ਕੀਵਰਡ ਕੀ ਹੈ। ਨਾਓ ਐਜ਼ ਦ ਟੌਪਿਕ ਇਜ਼ ਡਿਸਕ੍ਰਾਈਬ ਅ ਪਰਸਨ ਹੂ ਲਾਈਕ ਟੂ ਗਰੋ ਪਲਾਂਟਸ। ਉਹ ਪਰਸਨ ਦੇ ਬਾਰੇ ਦੱਸਣਾ ਜਿਹੜਾ ਪਲਾਂਟਸ ਗਰੋ ਕਰਦਾ। ਹੁਣ ਇੱਥੇ ਪਰਸਨ ਦੇ ਰਿਲੇਟਿਡ ਤੁਹਾਡੀ ਇੰਟਰੋਡਕਸ਼ਨ ਨਹੀਂ ਹੋਣੀ ਚਾਹੀਦੀ। ਇੰਟਰੋਡਕਸ਼ਨ ਕਿਸ ਦੇ ਰਿਲੇਟਿਡ ਹੋਣੀ ਚਾਹੀਦੀ ਹੈ, ਪਲਾਂਟਸ ਦੇ ਰਿਲੇਟਿਡ ਹੋਣੀ ਚਾਹੀਦੀ ਹੈ ਨਾ। ਤੁਸੀਂ ਗਾਰਡਨਿੰਗ ਤੇ ਇੰਟਰੋਡਕਸ਼ਨ ਬਣਾ ਸਕਦੇ ਹੋ, ਜਾਂ ਫਿਰ ਪਲਾਂਟਸ ਦੇ ਰਿਲੇਟਿਡ ਵੀ ਤੁਸੀਂ ਕੋਈ ਇੰਟਰੋਡਕਸ਼ਨ ਬਣਾ ਸਕਦੇ ਹੋ, ਉਹਨੂੰ ਤੁਸੀਂ ਗਾਰਡਨਿੰਗ ਦੇ ਨਾਲ ਕੋਰਿਲੇਟ ਕਰ ਸਕਦੇ ਹੋ। ਲਾਈਕ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਕਹਿ ਸਕਦੇ ਹੋ, ਵੈਲ ਐਜ਼ ਆਈ ਲਿਵ ਇਨ ਇੰਡੀਆ, ਹੈ ਨਾ। ਤੁਸੀਂ ਇੱਥੋਂ ਸਟਾਰਟ ਕਰ ਸਕਦੇ ਹੋ। ਜਿਹੜੇ ਇਸ ਤਰ੍ਹਾਂ ਦੇ ਟੌਪਿਕ ਹੁੰਦੇ ਨੇ, ਹੈ ਨਾ, ਅਸੀਂ ਵਾਈਡਲੀ ਕਵਰ ਕਰਦੇ ਹਾਂ, ਤਾਂ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਸਟਾਰਟ ਕਰ ਸਕਦੇ ਹੋ। ਗਾਰਡਨਿੰਗ ਇਜ਼ ਦ ਮੋਸਟ ਫੇਮਸ ਔਰ ਐਮੀਨੈਂਟ ਹੌਬੀ among the individuals of my nation। ਗਾਰਡਨਿੰਗ ਜਿਹੜੀ ਹੈ ਬਹੁਤ ਜ਼ਿਆਦਾ ਫੇਮਸ ਹੌਬੀ ਬਣ ਚੁੱਕੀ ਹੈ ਨਾ, ਜਾਂ ਸਾਰਿਆਂ ਦੀ ਹੀ ਹੌਬੀ ਬਣ ਚੁੱਕੀ ਹੈ, ਜਾਂ ਵਨ ਆਫ ਦ ਫੇਵਰੇਟ ਹੌਬੀਜ਼ ਦੇ ਵਿੱਚੋਂ ਇੱਕ ਹੈ ਮੇਰੇ ਨੇਸ਼ਨ ਦੇ ਵਿੱਚ ਇੰਡੀਵਿਜੂਅਲਸ ਦੀ। ਸੋ ਹੇਅਰ ਆਈ ਵੁਡ ਲਾਈਕ ਟੂ ਟੇਕ ਐਨ ਅਪੋਰਚੁਨਿਟੀ ਟੂ ਡਿਸਕ੍ਰਾਈਬ ਅ ਪਰਸਨ ਹੂ ਅਡੋਰ ਟੂ ਗਰੋ ਪਲਾਂਟਸ। ਫਾਈਨ। ਹੁਣ ਦੇਖੋ ਉਹਨਾਂ ਨੇ ਪੁੱਛਿਆ ਸੀ ਸਟਾਰਟਿੰਗ ਦੇ ਵਿੱਚ ਲਾਈਕ, ਤਾਂ ਮੈਂ ਉੱਥੇ ਅਡੋਰ ਯੂਜ਼ ਕਰਤਾ, ਜਾਂ ਫਿਰ ਤੁਸੀਂ ਇੱਥੇ ਵੀ ਯੂਜ਼ ਕਰ ਸਕਦੇ ਹੋ ਹੂ ਇਜ਼ ਕੀਨ ਟੂ ਗਰੋ ਪਲਾਂਟਸ। ਠੀਕ ਹੈ, ਉਹ ਸਾਰੀਆਂ ਚੀਜ਼ਾਂ ਦਾ ਮੀਨਿੰਗ ਵੀ ਇਹੀ ਹੁੰਦਾ। ਲਾਈਕ ਦੀ ਜਗ੍ਹਾ ਤੁਸੀਂ ਲਵ ਵੀ ਯੂਜ਼ ਕਰ ਸਕਦੇ ਹੋ, ਅਡੋਰ ਯੂਜ਼ ਕਰ ਸਕਦੇ ਹੋ। ਠੀਕ ਹੈ, ਐਡਮਾਇਰ ਤੁਸੀਂ ਯੂਜ਼ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਸਿਨੋਨਿਮਸ ਦੇ ਨਾਲ ਤੁਹਾਨੂੰ ਪਲੇ ਕਰਨਾ ਹੀ ਕਰਨਾ ਪਏਗਾ। ਐਂਡ ਗਾਈਜ਼ ਇੰਪੋਰਟੈਂਟ ਪੁਆਇੰਟ ਹੇਅਰ ਟੂ ਨੋਟ ਇਜ਼ ਇੱਕ ਦੋ ਵਰਡਸ ਇੰਟਰੋ ਦੇ ਵਿੱਚ ਤੁਸੀਂ ਚੇਂਜ ਕਰੋ ਹੀ ਕਰੋ, ਕਦੇ ਵੀ ਸੇਮ ਵਰਡਸ ਨੂੰ ਰਿਪੀਟ ਨਾ ਕਰੋ, ਐਟ ਲੀਸਟ ਇਨ ਦ ਇੰਟਰੋਡਕਸ਼ਨ। ਫਾਈਨ। ਨੈਕਸਟ ਇਜ਼, ਹੁਣ ਦੇਖੋ ਅਸੀਂ ਜਨਰਲ ਲਾਈਨ ਦੇਤੀ ਹੈ ਨਾ, ਕਿਸ ਦੇ ਉੱਪਰ, ਗਾਰਡਨਿੰਗ ਦੇ ਉੱਪਰ ਦੇਤੀ, ਜਾਂ ਫਿਰ ਤੁਸੀਂ ਪਲਾਂਟਸ ਦੇ ਉੱਪਰ ਦੇ ਸਕਦੇ ਹੋ। ਨਾਓ ਅਸੀਂ ਉਹਦਾ ਕੋਰਿਲੇਸ਼ਨ ਬਣਾਤਾ ਕਿ ਇਸ ਤਰ੍ਹਾਂ ਦੇ ਪਰਸਨ ਬਾਰੇ ਮੈਂ ਅੱਗੇ ਬੋਲਣ ਜਾ ਰਿਹਾ, ਜਿਹੜਾ ਕੀ ਕਰਦਾ, ਅਡੋਰ ਕਰਦਾ ਟੂ ਗਰੋ ਪਲਾਂਟਸ। ਨਾਓ ਇਟਸ ਦ ਟਾਈਮ ਟੂ ਮੇਕ ਐਨ ਇੰਪ੍ਰੈਸਿਵ ਬੋਡੀ। ਬੋਡੀ ਅਸੀਂ ਕਿਸ ਤਰ੍ਹਾਂ ਬਣਾਉਣੇ ਹੁੰਦੇ ਆ, ਹਮੇਸ਼ਾ ਐਰੋ ਵਾਲੇ ਮੈਥਡ ਦੇ ਨਾਲ ਮੈਂ ਤੁਹਾਨੂੰ ਸਿਖਾਈ ਹੈ। ਅਗਰ ਤੁਹਾਨੂੰ ਨਹੀਂ ਆਉਂਦਾ ਤਾਂ ਤੁਸੀਂ ਮੇਰੀਆਂ ਪ੍ਰੀਵੀਅਸ ਵੀਡੀਓਜ਼ ਦੇਖ ਸਕਦੇ ਹੋ ਪਲੇਲਿਸਟ ਦੇ ਵਿੱਚ ਜਾ ਕੇ, ਜਾਂ ਫਿਰ ਆਲ ਪੁੱਟ ਦਾ ਲਿੰਕ ਇਨ ਦਾ ਡਿਸਕ੍ਰਿਪਸ਼ਨ। ਗਾਈਜ਼ ਉਹਨਾਂ ਨੂੰ ਵਾਚ ਕਰੋ, ਸਿੱਖੋ ਕਿ ਇੱਕ ਇਫੈਕਟਿਵ ਕਿਊ ਕਾਰਡ ਤੁਸੀਂ ਕਿਸ ਤਰ੍ਹਾਂ ਬਣਾਉਣੇ ਹੋ। ਫਾਈਨ। ਫਸਟ ਵੀ ਹੈਵ ਟੂ ਆਂਸਰ ਹੂ ਦ ਪਰਸਨ ਇਜ਼। ਉਹ ਪਰਸਨ ਕੌਣ ਹੈ। ਦੇਖੋ ਤੁਸੀਂ ਆਪਾਂ ਇੱਥੇ ਸਟਾਰਟ ਕਰ ਸਕਦੇ ਹਾਂ, ਆਪਾਂ ਸਟਾਰਟ ਕੀਤਾ। ਨਾਓ ਹੇਅਰ ਵੁਡ ਆਈ ਲਾਈਕ ਟੂ ਟੇਕ ਐਨ ਅਪੋਰਚੁਨਿਟੀ ਟੂ ਡਿਸਕ੍ਰਾਈਬ ਅ ਪਰਸਨ ਹੂ ਐਡਮਾਇਰ ਔਰ ਅਡੋਰ ਟੂ ਗਰੋ ਪਲਾਂਟਸ ਐਂਡ ਹੀ ਇਜ਼ ਨਨ ਅਦਰ ਦੈਨ ਮਾਈ ਕਜ਼ਨ। ਠੀਕ ਹੈ, ਮੇਰਾ ਕਜ਼ਨ ਹੈ। ਹੁਣ ਕਜ਼ਨ ਦੇ ਨਾਲ ਕਦੇ ਵੀ ਕਜ਼ਨ ਬ੍ਰਦਰ, ਕਜ਼ਨ ਸਿਸਟਰ ਇਦਾਂ ਨਹੀਂ ਲਗਾਉਣਾ, ਕਜ਼ਨ ਕਜ਼ਨ ਹੀ ਹੈ। ਠੀਕ ਹੈ, ਓਕੇ। ਹੁਣ ਉਹ ਮੇਰਾ ਕਜ਼ਨ ਹੈ, ਜਾਂ ਫਿਰ ਮੇਰਾ ਬ੍ਰਦਰ ਹੈ, ਫਾਦਰ, ਕਿਸੇ ਵੀ ਪਰਸਨ ਬਾਰੇ ਬੋਲ ਸਕਦੇ ਹੋ। ਆਪਾਂ ਇੱਥੇ ਦੱਸ ਰਹੇ ਹਾਂ ਪਰਸਨ ਕੌਣ ਹੈ, ਉਹ ਤੁਹਾਡਾ ਕਜ਼ਨ ਹੈ। ਠੀਕ ਹੈ, ਹੁਣ ਥੋੜਾ ਜਿਹਾ ਉਹਨੂੰ ਆਪਾਂ ਹੋਰ ਐਕਸਪਲੇਨ ਕਰਾਂਗੇ, ਆਪਾਂ ਇਹਦੇ ਨਾਲ ਹੀ ਕੋਰਿਲੇਟ ਕਰਾਂਗੇ। ਹਾਊ ਡੂ ਯੂ ਨੋ ਦੈਟ ਪਰਸਨ। ਉਹ ਪਰਸਨ ਨੂੰ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ, ਹੈ ਨਾ। My cousin and I born and brought up at the same place, ਜਾਂ ਫਿਰ in the countryside area, and my cousin's father is a farmer। ਉਹਨਾਂ ਦੇ ਜਿਹੜੇ ਫਾਦਰ ਨੇ ਉਹ ਕੀ ਨੇ, ਅਸੀਂ born and brought up ਹੋਏ, ਮੀਨਸ ਸਾਡਾ ਪਾਲਣ ਪੋਸ਼ਣ ਹੋਇਆ। ਇੱਥੇ ਇਡੀਓਮੈਟਿਕ ਟੋਨ ਆ ਗਈ, ਐਂਡ ਮੈਂ ਹਮੇਸ਼ਾ ਕਹਿੰਦੀ ਹਾਂ ਕਿਊ ਕਾਰਡ ਦੇ ਵਿੱਚ ਇਡੀਓਮੈਟਿਕ ਟੋਨ ਈਡੀਅਮਸ ਯੂਜ਼ ਕਰਨਾ ਇਜ਼ ਮੈਂਡੇਟਰੀ। ਐਟ ਲੀਸਟ 2 to 3 ਈਡੀਅਮਸ ਜ਼ਰੂਰ ਤੁਸੀਂ ਐਡ ਆਨ ਕਰਿਆ ਕਰੋ। ਫਾਈਨ, ਓਕੇ। ਨੈਕਸਟ, ਉਹਨਾਂ ਦੇ ਫਾਦਰ ਨੇ ਕੌਣ ਨੇ, ਫਾਰਮਰ ਨੇ। That is why, due to this reason, by virtue of which he has a keen interest, है ना, ਉਹਨਾਂ ਦਾ ਬਹੁਤ ਜ਼ਿਆਦਾ ਇੰਟਰਸਟ ਹੈ ਕਿਸ ਚੀਜ਼ ਦੇ ਵਿੱਚ, to grow plants, ਹੈ ਨਾ, ਜਾਂ planting ਦੇ ਵਿੱਚ ਆਪਾਂ ਲਿਖ ਸਕਦੇ ਹਾਂ, as he has a keen interest ਕਿਸ ਚੀਜ਼ ਦੇ ਵਿੱਚ, planting ਦੇ ਵਿੱਚ। planting ਕਿਸ ਚੀਜ਼ ਨੂੰ, planting trees, ਫਰੂਟ ਪਲਾਂਟਸ, ਜਾਂ ਫਿਰ ਵੈਜੀਟੇਬਲ ਪਲਾਂਟਸ, ਤੁਸੀਂ ਕੋਈ ਵੀ ਲਿਖ ਸਕਦੇ ਹੋ। ਫਾਈਨ, ਇੱਥੇ ਤੱਕ ਕੀ ਆ ਗਿਆ, ਤੁਸੀਂ ਕਿਸ ਤਰ੍ਹਾਂ ਉਹਨੂੰ ਜਾਣਦੇ ਹੋ, ਮੈਂ ਕਿਵੇਂ ਜਾਣਦਾ, ਸਾਡਾ ਪਾਲਣ ਪੋਸ਼ਣ ਸੇਮ ਜਗ੍ਹਾ ਤੇ ਹੋਇਆ, ਉਹਨਾਂ ਦੇ ਜਿਹੜੇ ਫਾਦਰ ਨੇ ਉਹ ਫਾਰਮਰ ਨੇ, ਤਾਂ ਕਰਕੇ ਉਹਨਾਂ ਦਾ ਬਹੁਤ ਜ਼ਿਆਦਾ ਇੰਟਰਸਟ ਹੈ ਇਸ ਚੀਜ਼ ਦੇ ਵਿੱਚ। ਆਫਟਰਵਰਡਸ ਤੁਸੀਂ ਉਹ ਪਰਸਨ ਨੂੰ ਥੋੜਾ ਜਿਹਾ ਹੋਰ ਵੀ ਇਲੈਬੋਰੇਟ ਕਰ ਸਕਦੇ ਹੋ, ਮੀਨਸ ਅਸੀਂ ਕਿਉਂ ਕਰਨ ਨੂੰ 2 ਮਿੰਟਸ ਤੇ ਲੈ ਕੇ ਜਾਣਾ ਹੈ, ਲਾਈਕ due to this reason, या फिर he has a keen interest in planting distinct various type of trees or fruit trees, by virtue of which he persuaded his graduation, है ना। ਉਹਨਾਂ ਨੇ ਕੀ ਕੀਤਾ, ਜਿਹੜੀ ਆਪਣੀ ਗ੍ਰੈਜੂਏਸ਼ਨ ਸੀ ਔਰ ਬੈਚਲਰ ਡਿਗਰੀ ਸੀ ਉਹ ਐਗਰੀਕਲਚਰ ਸਟਰੀਮ ਦੇ ਵਿੱਚ ਹੀ ਪਰਸੂ ਕੀਤੀ, ਹੈ ਨਾ। ਉਹਨਾਂ ਨੇ ਉੱਥੇ ਅੱਗੇ ਜਾ ਕੇ ਕੰਟੀਨਿਊ ਕੀਤਾ। ਐਂਡ ਕਰੰਟਲੀ ਅੱਜ ਕੱਲ੍ਹ ਉਹ ਕੀ ਨੇ, ਹੀ ਇਜ਼ ਵਰਕਿੰਗ ਐਜ਼ ਅ ਪ੍ਰੋਫੈਸਰ, ਜਾਂ ਫਿਰ ਅ ਰਿਨਾਊਂਡ ਪ੍ਰੋਫੈਸਰ ਇਨ
पंजाब एग्रीकल्चर यूनिवर्सिटी लुधियाना, ठीक है, इन पंजाब, ठीक है। तो ਅਸੀਂ ਚੀਜ਼ਾਂ यूज़ कर सकते हैं बिकॉज ਜਿਹੜੀ PAU है पंजाब एग्रीकल्चर यूनिवर्सिटी ਉਹ ਵੈਲ ਰਿਨੋਨਡ ਹੈ, ਉਹਨੂੰ ਜਾਣਦੇ ਵੀ ਨੇ ਸਾਰੇ ਲੋਕ ਇਸ ਦੇ ਲਈ ਐਗਰੀਕਲਚਰ ਸਟਰੀਮ ਲਈ ਜਿਨ੍ਹਾਂ ਨੇ ਇਹਨੂੰ ਪਰਸਿਊ ਕਰਨਾ ਹੁੰਦਾ ਉਹ ਉੱਥੇ ਜਾ ਕੇ ਹੀ ਐਡਮਿਸ਼ਨ ਲੈਂਦੇ ਨੇ। ਫਾਈਨ, ਹੁਣ ਇੱਥੇ ਤੱਕ ਤਾਂ ਆ ਗਿਆ ਪਰਸਨ ਬਾਰੇ, ਇਹ ਚੀਜ਼ਾਂ ਬਾਰੇ। ਐਜ਼ ਆਈ अर्ਲੀਅਰ ਸੈਡ, ਮੈਂ ਪਹਿਲਾਂ ਵੀ ਜਿਵੇਂ ਕਿਹਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਡਿਸਟਿੰਕਟ ਟਾਈਪ ਆਫ ਟਰੀਜ਼ ਦੇ ਵਿੱਚ ਉਹਨਾਂ ਦਾ ਇੰਟਰਸਟ ਹੈ, ਉਹਦੇ ਨਾਲ ਤੁਸੀਂ ਕੋਰੀਲੇਟ ਕਰਦੇ ਹੋ ਹੀ। ਤੁਸੀਂ ਇੱਥੇ ਲਵ ਯੂਜ਼ ਕੀਤਾ, ਇੱਥੇ ਅਡੋਰ ਯੂਜ਼ ਕਰ ਸਕਦੇ ਹੋ, ਐਡਮਾਇਰ ਕਰ ਸਕਦੇ ਹੋ, ਹੈ ਨਾ, ਲਾਈਕ ਡਿਫਰੈਂਟ ਟਾਈਪ ਆਫ ਟਰੀਜ਼, ਹੈ ਨਾ, ਫੋਰ ਐਗਜ਼ਾਮਪਲ ਨੀਮ ਟਰੀ, ਯੂਕੈਲਿਪਟਸ ਤੁਸੀਂ ਕਹਿ ਸਕਦੇ ਹੋ। ਸੋ ਇੱਥੇ ਗਾਈਜ਼ ਤੁਸੀਂ ਸਟਰਕਚਰ ਐਡ ਔਨ ਕਰ ਸਕਦੇ ਹੋ, ਕਿਹੜਾ ਨਾਟ ਓਨਲੀ ਬਟ ਆਲਸੋ, ਠੀਕ ਹੈ। ਸਟਰਕਚਰ ਯੂਜ਼ ਕਰਨਾ ਵੀ 1 or 2 ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਇਫ ਯੂ ਆਰ ਏਮਿੰਗ ਟੂ ਅਚੀਵ 7+, ਠੀਕ ਹੈ। ਸੋ not only grow trees like neem and eucalyptus but also he grow various fruit plants, है ना, इतने fruits ਦੇ ਨਾਮ ਦੇ ਦਿਓ, guava, mango, pomegranate, ਕੋਈ ਵੀ ਤੁਸੀਂ ਐਡ ਔਨ ਕਰ ਸਕਦੇ। ਦੈਨ ਤੁਸੀਂ ਕੀ ਕਹਿ ਸਕਦੇ ਹੋ ਉਹਨੂੰ ਹੋਰ ਥੋੜਾ ਲੰਬਾ ਲੈ ਕੇ ਜਾਣ ਲਈ, recently I attended one of his seminars and to be honest it was very intellectual, है ना, मैंने उत्थे बहुत ज़्यादा knowledge मिली, वो बहुत ज़्यादा intellectual सी, where I came to know about the different varieties, different species of plants, है ना, even about the household plants. Moreover, he is also doing a research on one international variety of a plant या फिर किसी foreign variety of plant ते, है ना, वो की कर रहे ने, research कर रहे ने, which would going to be very beneficial for the farmers, ठीक है। ये चीज़ां हो गई कि वो research कर रहे ने, इस करके उन्होंने plants ਨੂੰ grow करना पैंदा। ਇਹਦਾ ਆਨਸਰ ਵੀ ਹਲਕਾ ਜਿਹਾ ਆ ਗਿਆ, ਜਾਂ ਫਿਰ ਇਹਨੂੰ ਹੋਰ ਇਲੈਬੋਰੇਸ਼ਨ ਦੇ ਵਿੱਚ ਵੀ ਤੁਸੀਂ ਲੈ ਕੇ ਜਾ ਸਕਦੇ। ਨਾਓ ਮੋਰ ਕੰਟੈਂਟ ਐਡ ਕਰਨ ਦੇ ਲਈ ਤੁਸੀਂ ਕੀ ਵੀ ਐਡ ਔਨ ਕਰ ਸਕਦੇ ਹੋ ਕਿ ਉਹਨਾਂ ਨੂੰ ਕਿਤੇ, ਹੈ ਨਾ, ਆਨਰ ਵੀ ਕੀਤਾ ਗਿਆ ਸੀ। ਲਾਸਟ ਮੰਥ ਹੀ ਵਾਸ ਅਵਾਰਡਡ ਬਾਈ ਦ ਪੰਜਾਬ ਸਟੇਟ ਗਵਰਨਮੈਂਟ ਡਿਊ ਟੂ ਹਿਸ ਆਰਗੈਨਿਕ ਫਾਰਮਿੰਗ, ਐਜ਼ ਹੀ ਆਲਵੇਜ਼ ਡੂ ਆਰਗੈਨਿਕ ਫਾਰਮਿੰਗ ਵਿਚ ਇਜ਼ ਡਿਵੋਇਡ ਆਫ ਪੈਸਟੀਸਾਈਡਸ, ਇਨ ਵਿਚ ਹੀ ਯੂਜ਼ ਨੋ ਪੈਸਟੀਸਾਈਡਸ। ਇਸ ਤਰ੍ਹਾਂ ਦੀਆਂ ਲਾਈਨਸ ਐਡ ਕਰ ਸਕਦੇ ਹੋ। ਐਂਡ time to time he arranged different camps in the villages to teach the people or to teach the farmers how to grow organic plants and what are the benefits for their health. Like, as planting is his hobby, so it acts as a great stress buster for him. या फिर तुसी कह सकते हो it is a real source of entertainment for him since his childhood। फिर आप उन्हें conclude कर सकते हो। So all in all, this is the person who admire to grow plants and encourages other people to grow more plants to resolve the global issues like global warming and to do organic farming. So guys, that's all for today's video and I hope ਤੁਹਾਨੂੰ ਇਹ ਵਾਲਾ ਟੌਪਿਕ ਕਲੀਅਰ ਹੋ ਗਿਆ। ਇਸ ਦੀ ਪ੍ਰੈਕਟਿਸ ਕਰੋ, ਇਸ ਤਰ੍ਹਾਂ ਪ੍ਰੈਕਟਿਸ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਤੁਹਾਨੂੰ ਕਰਵਾਇਆ। ਐਂਡ ਇਫ ਯੂ ਵਾਂਟ ਮੀ ਟੂ ਮੇਕ ਮੋਰ ਸੱਚ ਵੀਡੀਓਜ਼, ਕੋਈ ਪ੍ਰੋਪਰ ਟੌਪਿਕ ਹੈ, ਕੋਈ ਹੋਰ ਡਿਫਿਕਲਟ ਟੌਪਿਕ ਹੈ, ਤੁਹਾਨੂੰ ਨਹੀਂ ਬਣ ਰਿਹਾ ਤੁਹਾਡੇ ਤੋਂ, ਡੂ ਰਾਈਟ ਮੀ ਇਨ ਦਾ ਕਮੈਂਟ ਸੈਕਸ਼ਨ, ਮੈਂ ਉਸ ਤੇ ਵੀ ਵੀਡੀਓਜ਼ ਬਣਾਉਂ। ਐਂਡ ਇਫ ਯੂ ਨੀਡ ਫਰਦਰ ਅਸਿਸਟੈਂਟ, ਡੂ ਰਾਈਟ ਮੀ ਇਨ ਦਾ ਕਮੈਂਟ ਸੈਕਸ਼ਨ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ।